प्रगट भई सगले जुग अंतर। गुरु नानक की वडियाई। मैं मूर्ख की केतक बात है। कोट पराधी तरियारे। गुरु नानक जिन सुनिया भिखिया। से फिर गरबास ना परियारे। होवै सिफत खसम दी। नूर अरसाहों कुरसाहों चट्टीऐ। तुद डिठे सच्चे पातशाह। मल जन्म जन्म दी कट्टीऐ। तुद डिठे सच्चे पातशाह। मल जन्म जन्म दी कट्टीऐ। सतनाम वाहिगुरु साहिब जी। आवण जाना सब चलत तुम्हारा। कर कर देखे खेल हमारा। कर कर देखे खेल अपारा। आप उपाय उपावन हारा। अपना किया पालना। आवण जाना सब चलत तुम्हारा। वाहिगुरु जी का खालसा वाहिगुरु जी की फतेह। जुगो जुग अटल चवर छतर तख्त दे मालिक। वालिए कुलालम आद सतगुरु धन धन श्री गुरु ग्रंथ साहिब सच्चे पातशाह जियां दी अपार बख्शिश कृपा हो रही है। जो लड़ीवार तुर की बाणी दी कथा आरंभ है उस दा समा होया है। धन गुरु ग्रंथ साहिब सच्चे पातशाह जिवें सानू उपदेश बख्शिश कर रहे ने। आओ लड़ीवार कथा नू सुनना करिए। रसना नू करिए पवित्र। आखो जी सतनाम वाहिगुरु साहिब जी। आवण जाना सब चलत तुम्हारा। गुरु अर्जन साहिब महाराज जी की उचारण की हुई ये बाणी है जिस बाणी का नाम है मारू सोलहे। इस शब्द दे 16 बंद ने 16 पौड़ियां ने 8 पौड़ियां दी विचार कल हो चुकी है। आज 9वीं
ਪੌੜੀ ਦੇ ਅੰਦਰ, ਬੰਨ ਦੇ ਅੰਦਰ ਕਿਰਪਾ ਕਰਦੇ ਨੇ ਕਿ ਜਿੰਨਾ ਵੀ ਸੰਸਾਰ ਹੈ ਇਹ ਆਉਣ ਵਾਲਾ ਤੇ ਜਾਣ ਵਾਲਾ ਹੈ। ਜੋ ਸੰਸਾਰ ਤੇ ਪੈਦਾ ਹੋ ਰਿਹਾ ਹੈ ਸਮੇਂ ਦੇ ਅਨੁਸਾਰ ਉਹ ਵਿਨਸ ਰਿਹਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਹਨ ਕਿ ਜੋ ਧਰਤੀ ਤੇ ਪੈਦਾ ਹੋਇਆ ਹੈ ਉਸ ਨੇ ਇੱਕ ਦਿਨ ਵਿਨਸ ਜਾਣਾ ਹੈ। ਜੋ ਉਪਜਿਓ ਸੋ ਵਿਨਸ ਹੈ, ਪਰ ਉਹ ਆਜ ਕੈ ਕਾਲ। ਇਸ ਕਰਕੇ ਮਹਾਰਾਜ ਸਾਹਿਬ ਕਿਰਪਾ ਕਰਦੇ ਨੇ ਕਿ ਜਿੱਥੇ ਮਨੁੱਖ ਦਾ ਜਨਮ ਹੈ ਉੱਥੇ ਮੌਤ ਵੀ ਹੈ। ਇਸ ਗੱਲ ਨੂੰ ਯਾਦ ਰੱਖ ਕਿ ਉਸ ਪਰਮਾਤਮਾ ਦਾ ਸੱਦਾ ਕਦੋਂ ਵੀ ਆ ਸਕਦਾ ਹੈ। ਤੂੰ ਮਨੁੱਖਾ ਸਰੀਰ ਨੂੰ ਸਫਲ ਕਰ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਪਰਮਾਤਮਾ ਦੇ ਗੀਤ ਨਹੀਂ ਗਾਉਂਦੇ, ਉਹ ਮਨੁੱਖਾ ਸਰੀਰ ਨੂੰ ਵਿਅਰਥ ਗਵਾ ਲੈਂਦੇ ਨੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਉਹਨਾਂ ਨੇ ਜਨਮ ਨੂੰ ਵਿਅਰਥ ਗਵਾ ਲਿਆ ਹੈ। ਮਹਾਰਾਜ ਸਾਹਿਬ ਕਹਿੰਦੇ ਆਵਣ ਜਾਣਾ ਸਭ ਚਲਤ ਤੁਮਾਰਾ। ਤੁਮਾਰੇ ਤੋਂ ਭਾਵ ਹੈ ਆਪ ਜੀ ਦੇ। ਚਲ ਤੋਂ ਭਾਵ ਨੇ ਕੌਤਕ। ਇਹ ਤੇ ਮਾਲਕ ਆਪ ਜੀ ਦੀਆਂ ਖੇਡਾਂ ਨੇ। ਹਰੀ ਨਹੀਂ ਨਹਿ ਡੱਡਰੀ ਪੱਕੀ ਵੱਢਣ ਹਾਰ। ਤੈਨੂੰ ਪਾ ਜਾਵੇ ਤੂੰ ਤੇ ਬਾਲਕ ਅਵਸਥਾ ਦੇ ਅੰਦਰ ਲੈ ਜਾਣਾ ਹੈ। ਤੈਨੂੰ ਪਾ ਜਾਵੇ ਤੇ ਜਵਾਨੀ ਦੀ ਅਵਸਥਾ ਅੰਦਰ ਲੈ ਜਾਣਾ ਹੈ। ਤੈਨੂੰ ਪਾ ਜਾਵੇ ਤੇ ਬੁਢੇਪੇ ਦੀ ਅਵਸਥਾ ਵਿੱਚ ਲੈ ਜਾਣਾ ਹੈ। ਇਹ ਸਾਰੇ ਆਪ ਜੀ ਦੀਆਂ ਖੇਡਾਂ ਨੇ, ਕੌਤਕ ਨੇ। ਜਿਸ ਵਕਤ ਮਨਸੂਰ ਨੂੰ ਸੂਲੇ ਤੇ ਚੜ੍ਹਨਾ ਹੈ, ਇੱਕ ਦਿਨ ਪਹਿਲਾਂ ਕੋਈ ਫਕੀਰ ਮਿਲਦਾ ਹੈ ਤੇ ਮਨਸੂਰ ਨੂੰ ਜਾ ਕੇ 3 ਸਵਾਲ ਕਰਦਾ ਹੈ। ਮਨਸੂਰ ਕਹਿਣ ਲੱਗਾ, ਪ੍ਰਸ਼ਨ ਕਰਨ ਵਾਲੇ ਨੂੰ ਕਿ ਤੂੰ ਆਪਣਾ ਪ੍ਰਸ਼ਨ ਕਰ। ਉਹ ਕਹਿੰਦਾ ਮੇਰਾ ਪਹਿਲਾ ਪ੍ਰਸ਼ਨ ਹੈ ਦਾਨ ਦੀ ਕੀ ਹੱਦ ਹੈ। ਦੂਸਰਾ ਤਿਆਗ ਦੀ ਕੀ ਹੱਦ ਹੈ। ਤੀਸਰਾ ਪ੍ਰਸ਼ਨ ਪਿਆਰ ਦੀ ਕੀ ਹੱਦ ਹੈ। ਮਨਸੂਰ ਦੇ ਕੋਲ ਅੱਧੀ ਰੋਟੀ ਹੈ। ਉਸ ਨੇ ਅੱਧੀ ਰੋਟੀ ਪ੍ਰਸ਼ਨ ਕਰਨ ਵਾਲੇ ਦੇ ਹੱਥਾਂ ਤੇ ਰੱਖ ਦਿੱਤੀ ਹੈ। ਕਿਹਾ ਬਾਬਾ ਇਹਨੂੰ ਛਕ। ਪ੍ਰਸ਼ਨ ਕਰਨ ਵਾਲੇ ਨੇ ਅੱਧੀ ਰੋਟੀ ਛਕੀ ਹੈ ਤੇ ਮਨਸੂਰ ਕਹਿੰਦਾ ਤੇਰੇ ਪਹਿਲੇ ਪ੍ਰਸ਼ਨ ਦਾ ਤੈਨੂੰ ਉੱਤਰ ਮਿਲ ਗਿਆ ਹੈ। ਉਹ ਕਹਿੰਦਾ ਮੈਨੂੰ ਸਮਝ ਨਹੀਂ ਆਈ। ਮਨਸੂਰ ਕਹਿੰਦਾ ਤੈਨੂੰ ਪਤਾ ਹੈ ਮੈਂ ਬੜੇ ਦਿਨਾਂ ਤੋਂ ਭੁੱਖਾ ਹਾਂ, ਰੋੜੇ ਵੱਜ ਰਹੇ ਨੇ। ਅੱਜ ਕਿਸੇ ਤਰਸ ਵਾਲੇ ਨੇ ਦਇਆ ਕੀਤੀ, ਲੁਕ ਕਰਕੇ ਅੱਧਾ ਟੁਕੜਾ ਰੋਟੀ ਦਾ ਦੇ ਕੇ ਗਿਆ। ਮੈਂ ਸੋਚਿਆ ਕਿ ਕੱਲ ਨੂੰ ਮੈਨੂੰ ਸੂਲੀ ਤੇ ਚੜ੍ਹ ਦੇਣਾ ਹੈ ਤੇ ਇਹ ਪ੍ਰਸ਼ਾਦਾ ਮੈਂ ਉਸ ਨੂੰ ਦੇਵਾਂ ਜਿਸ ਨੇ ਅਜੇ 4 ਦਿਨ ਦੁਨੀਆ ਤੇ ਰਹਿਣਾ ਹੈ।
ਇਹ ਹੈ ਦਾਨ ਦੀ ਹੱਦ। ਦੂਸਰਾ ਪ੍ਰਸ਼ਨ, ਤਿਆਗ ਦੀ ਹੱਦ ਕੀ ਹੈ? ਮਨਸੂਰ ਕਹਿਣ ਲੱਗਾ, ਇਹਦਾ ਉੱਤਰ ਮੈਂ ਪ੍ਰੈਕਟੀਕਲ ਰੂਪ ਦੇ ਅੰਦਰ ਦੇਵਾਂ? ਕਹਿਣ ਲੱਗਾ, ਹਾਂ। ਮਨਸੂਰ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ। ਪ੍ਰਸ਼ਨ ਕਰਨ ਵਾਲਾ ਬੜਾ ਘਬਰਾਇਆ ਹੈ ਕਿ ਲੋਕ ਤੇ ਮੈਨੂੰ ਫੜ ਲੈਣਗੇ। ਇੱਕੇ ਦਮ ਮਨਸੂਰ ਆਪਣੇ ਸਰੀਰ ਵਿੱਚ ਫਿਰ ਆ ਗਿਆ। ਪ੍ਰਸ਼ਨ ਕਰਨ ਵਾਲੇ ਨੂੰ ਕਹਿਣ ਲੱਗਾ, ਜੇ ਕੋਈ ਫਕੀਰ ਸਰੀਰ ਨੂੰ ਤਿਆਗਣ ਤੇ ਆਵੇ, ਉਹ ਕੱਲੀ ਮਾਇਆ ਨਹੀਂ ਤਿਆਗਦਾ, ਦੁਨੀਆ ਦੇ ਪਦਾਰਥ ਨਹੀਂ ਤਿਆਗਦਾ, ਉਹ ਸਰੀਰ ਵੀ ਤਿਆਗ ਦਿੰਦਾ ਹੈ। ਤੀਸਰਾ ਪ੍ਰਸ਼ਨ, ਪ੍ਰੇਮ ਦੀ ਕੀ ਹੱਦ ਹੈ? ਮਨਸੂਰ ਕਹਿਣ ਲੱਗਾ, ਇਹਦਾ ਉੱਤਰ ਮੈਂ ਤੈਨੂੰ ਕੱਲ ਨੂੰ ਦੇਵਾਂਗਾ। ਕੱਲ ਨੂੰ ਮੈਨੂੰ ਸੂਲੀ ਤੇ ਚੜ੍ਹਨਾ ਹੈ। ਤੂੰ ਕਤਲਗਾਹ ਦੇ ਅੰਦਰ ਆਵੀਂ, ਤੇਰੇ ਪ੍ਰਸ਼ਨ ਦਾ ਜਵਾਬ ਤੈਨੂੰ ਮਿਲੇਗਾ। ਬਗਦਾਦ ਦੀ ਧਰਤੀ ਹੈ, 1 ਲੱਖ ਲੋਕਾਂ ਦਾ ਇਕੱਠ ਹੈ। ਲੋਕਾਂ ਨੇ ਮਨਸੂਰ ਦੇ ਰੋੜੇ ਮਾਰੇ ਨੇ, ਪੱਥਰ ਮਾਰੇ ਨੇ। ਉਸ ਇਕੱਠ ਦੇ ਅੰਦਰ ਪ੍ਰਸ਼ਨ ਕਰਨ ਵਾਲਾ ਵੀ ਪਹੁੰਚਿਆ ਹੈ। ਮਨਸੂਰ ਦੇ ਸਰੀਰ ਦੇ ਟੁਕੜੇ ਟੁਕੜੇ ਹੋਏ। ਇੱਕ ਸਰੀਰ ਦਾ ਟੁਕੜਾ ਪ੍ਰਸ਼ਨ ਕਰਨ ਵਾਲੇ ਦੇ ਪੈਰਾਂ ਵਿੱਚ ਡਿੱਗਾ ਹੈ ਤੇ ਅੰਦਰੋਂ ਆਵਾਜ਼ ਆ ਰਹੀ ਹੈ, ਅਨਲ ਹੱਕ, ਅਨਲ ਹੱਕ, ਅਨਲ ਹੱਕ। ਫਿਰ ਆਵਾਜ਼ ਆਈ, ਇਹ ਪ੍ਰਸ਼ਨ ਕਰਨ ਵਾਲਿਆ, ਪ੍ਰੇਮ ਦਾ ਕੋਈ ਵੀ ਹੱਦ ਨਹੀਂ, ਪ੍ਰੇਮ ਦੀ ਕੋਈ ਵੀ ਹੱਦ ਨਹੀਂ। ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਸਰੀਰ ਦੇ ਟੁਕੜੇ ਟੁਕੜੇ ਵੀ ਹੋ ਜਾਂਦੇ ਨੇ ਤੇ ਤਾਂ ਵੀ ਉਹਨਾਂ ਦੇ ਨਾਮ ਸਰੀਰ ਦੇ ਵਿੱਚੋਂ ਆਉਂਦਾ ਹੈ। ਚਾਹੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸਰੀਰ ਦਾ ਬੰਦ-ਬੰਦ ਕਟਿਆ ਜਾ ਰਿਹਾ ਹੈ ਤਾਂ ਵੀ ਨਾਮ ਦੀ ਆਵਾਜ਼ ਆ ਰਹੀ ਹੈ। ਇਸੇ ਤਰ੍ਹਾਂ ਆਵਣ ਜਾਣਾ ਸਭ ਚਲਤ ਤੁਮਾਰੇ, ਸੰਸਾਰ ਤੇ ਆਉਣਾ ਤੇ ਸੰਸਾਰ ਤੋਂ ਜਾਣਾ, ਇਹ ਸਾਰੀਆਂ ਆਪ ਜੀ ਦੀਆਂ ਖੇਡਾਂ ਨੇ। ਪਰ ਸੰਸਾਰ ਤੋਂ ਗੁਰਮੁਖ ਵੀ ਜਾਂਦੇ ਨੇ ਤੇ ਮਨਮੁਖ ਵੀ ਜਾਂਦੇ ਨੇ। ਫਰਕ ਕੀ ਹੈ? ਮਨਮੁਖ ਰੋਕ ਕੇ ਜਾਂਦੇ ਨੇ, ਗੁਰੂ ਕੇ ਪਿਆਰੇ ਹੱਸ ਕੇ ਜਾਂਦੇ ਨੇ। ਸਿੱਖ ਇਤਿਹਾਸ ਅੰਦਰ ਬੜੀ ਸੁੰਦਰ ਗਾਥਾ ਆਉਂਦੀ ਹੈ। ਭਾਈ ਮੁਗਲੂ ਜੀ, ਜਿਸ ਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬੜੀ ਬਖਸ਼ਿਸ਼ ਹੈ। ਗਰੀਬ ਨਿਵਾਜ ਦੇ ਚਰਨਾਂ ਤੇ ਬੇਨਤੀ ਕੀਤੀ, ਗਰੀਬ ਨਿਵਾਜ, ਜਦੋਂ ਮੇਰਾ ਅਖੀਰਲਾ ਸਮਾਂ ਆਵੇ, ਮੇਰਾ ਇਹ ਸੀਸ ਤੁਹਾਡੀ ਗੋਦ ਅੰਦਰ ਹੋਵੇ। ਇਸ ਤਖਤ ਤੇ ਬੈਠੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਭਾਈ ਮੁਗਲੂ ਸਰੀਰ ਬੜਾ ਬਜ਼ੁਰਗ ਹੋ ਚੁੱਕਾ ਹੈ। ਜੀਵਾ ਤੇ ਗੁਰੂ ਗੁਰੂ ਦਾ ਜਾਪ ਹੈ ਤੇ ਗੰਡੂਆਂ ਪਿੰਡ ਹੈ, ਮਾਲਵੇ ਦੀ ਧਰਤੀ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਨੂੰ ਪਾਗ ਲਾਉਂਦਿਆਂ ਹੋਇਆਂ ਕਣਕਵਾਲ ਭੰਗੂਆਂ ਇਸ ਜਗ੍ਹਾ ਤੇ ਗਰੀਬ ਨਵਾਜ ਰਾਤ ਕੱਟਦੇ ਨੇ। ਅੰਮ੍ਰਿਤ ਵੇਲੇ ਦਾ ਸਮਾਂ, ਇਸ਼ਨਾਨ ਕੀਤਾ, ਨੇਤਰ ਬੰਦ ਕੀਤੇ ਨੇ, ਸਮਾਧੀ ਲਾਉਣ ਲੱਗੇ। ਕੀ ਵਿਖਦੇ ਨੇ?
ਦੂਸਰੇ ਪਾਸੇ ਮੁਗਲੂ ਯਾਦ ਕਰ ਰਿਹਾ ਹੈ। ਤੇ ਅੱਜ ਹੀ ਰਾਤ ਨੂੰ ਤੋਂ ਪਹਿਲਾਂ ਭਾਈ ਮੁਗਲੂ ਨੇ ਆਪਣੇ ਘਰਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਹਵੇਲੀ ਦੇ ਦਰਵਾਜ਼ੇ ਬੰਦ ਨਾ ਕਰਿਓ। ਘਰਵਾਲੇ ਕਹਿਣ ਲੱਗੇ ਬਹੁਤ ਵੱਡਾ ਉਜਾੜ ਜੰਗਲ ਹੈ। ਭਾਈ ਮੁਗਲੂ ਦੇ ਮਨ ਅੰਦਰ ਪਿਆਰ ਬੜਾ ਹੈ, ਸ਼ਰਧਾ ਬੜੀ ਹੈ। ਕਹਿਣ ਲੱਗੇ ਗੁਰੂ ਨਾਨਕ ਦਾ ਘਰ ਹੈ, ਇਸ ਘਰ ਦਾ ਰਖਵਾਲਾ ਗੁਰੂ ਨਾਨਕ ਆਪ ਹੈ। ਅੱਜ ਹਵੇਲੀ ਦੇ ਦਰਵਾਜ਼ੇ ਖੁੱਲੇ ਪਏ ਨੇ। ਦੂਸਰੇ ਪਾਸੇ ਭਾਈ ਮੁਗਲੂ ਸਰੀਰ ਬਜ਼ੁਰਗ ਹੋ ਚੁੱਕਾ ਹੈ, ਅੰਮ੍ਰਿਤ ਵੇਲਾ ਸੰਭਾਲਿਆ ਹੈ। ਉੱਠ ਕਰਕੇ ਇਸ਼ਨਾਨ ਕੀਤਾ, ਗੁਰੂ ਦਾ ਜਾਪ ਕੀਤਾ। ਦੂਸਰੇ ਪਾਸੇ ਪਿੰਡ ਕਣਕਵਾਲ ਭੰਗੂਆਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਮਾਧੀ ਦੇ ਅੰਦਰ ਜੁੜਨ ਲੱਗੇ ਨੇ। ਤੇ ਸਮਾਧੀ ਲੱਗੀ, ਕੀ ਵੇਖਦੇ ਨੇ ਕਿ ਭਾਈ ਮੁਗਲੂ ਸਾਨੂੰ ਯਾਦ ਕਰ ਰਿਹਾ ਹੈ। ਅਖੀਰਲੇ ਸਵਾਸਾਂ ਤੇ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਹੈ, ਘੋੜਾ ਤਿਆਰ ਹੋਇਆ। ਇੰਨੇ ਪਿਆਰ ਦੇ ਅੰਦਰ ਕਿ ਘੋੜੇ ਤੇ ਕਾਠੀ ਵੀ ਨਹੀਂ ਰੱਖੀ। ਹਜ਼ੂਰ ਨੇ ਕੱਪੜਾ ਪਾਇਆ, ਗੁਰੂ ਕੇ ਸਿੱਖ ਨਾਲ ਤਿਆਰ ਹੋਏ ਨੇ। ਗਰੀਬ ਨਵਾਜ ਕਹਿੰਦੇ ਅਸੀਂ ਇਕੱਲੇ ਜਾਵਾਂਗੇ ਤੇ ਸ਼ਾਮ ਤੱਕ ਆਵਾਂਗੇ। ਗਰੀਬ ਨਵਾਜ਼ ਅੰਮ੍ਰਿਤ ਵੇਲੇ ਭਾਈ ਮੁਗਲੂ ਦੇ ਘਰ ਅੰਦਰ ਪਹੁੰਚਦੇ ਨੇ। ਆਵਾਜ਼ ਮਾਰਦੇ ਨੇ, ਭਾਈ ਮੁਗਲੂ। ਇਹ ਆਵਾਜ਼ ਭਾਈ ਮੁਗਲੂ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਜਾਪੀ ਹੈ। ਕਿਉਂਕਿ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ, ਭਾਈ ਮੁਗਲੂ ਜਦੋਂ ਤੇਰਾ ਅਖੀਰਲਾ ਸਮਾਂ ਆਵੇਗਾ, ਤੇਰਾ ਅਖੀਰਲਾ ਸਵਾਸ ਸਾਡੀ ਗੋਦ ਅੰਦਰ ਆਵੇਗਾ। ਭਾਈ ਮੁਗਲੂ ਜੀ ਉੱਠੇ ਨੇ, ਗਰੀਬ ਨਵਾਜ ਦੇ ਦਰਸ਼ਨ ਕੀਤੇ ਨੇ। ਸੱਚੇ ਪਾਤਸ਼ਾਹ ਨੇ ਭਾਈ ਮੁਗਲੂ ਦਾ ਸੀਸ ਆਪਣੀ ਗੋਦ ਅੰਦਰ ਰੱਖਿਆ ਹੈ। ਅੱਜ ਭਾਈ ਮੁਗਲੂ ਜੀ ਗਦਗਦ ਹੋ ਚੁੱਕੇ ਨੇ। ਨੇਤਰਾਂ ਦੇ ਵਿੱਚੋਂ ਪਿਆਰ ਦੇ ਹੰਝੂ ਨੇ। ਦੋਨੋਂ ਹੱਥ ਜੁੜ ਗਏ ਨੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮੁਗਲੂ ਕੁਝ ਮੰਗ। ਕਹਿਣ ਲੱਗਾ, ਸੱਚੇ ਪਾਤਸ਼ਾਹ ਛੇਵੇਂ ਜਾਮੇ ਦੇ ਅੰਦਰ ਵੀ ਕਿਰਪਾ ਕੀਤੀ। ਅੱਜ ਨੌਵਾਂ ਜਾਮਾ ਆ ਗਿਆ ਹੈ। ਜੇ ਕਿਰਪਾ ਕਰਨੀ ਹੈ ਆਪਣੇ ਅੰਦਰ ਅਭੇਦਤਾ ਦੀ ਦਾਤ ਬਖਸ਼ ਦਿਓ, ਆਪਣੇ ਅੰਦਰ ਹੀ ਸਮਾ ਲਿਓ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮੁਗਲੂ ਬੋਲ ਵਾਹਿਗੁਰੂ। 3 ਵਾਰਾਂ ਵਾਹਿਗੁਰੂ ਕਿਹਾ ਤੇ ਭਾਈ ਮੁਗਲੂ ਦਾ ਸਰੀਰ ਸ਼ਾਂਤ ਹੋ ਗਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣੇ ਅੰਦਰ ਹੀ ਸਮਾ ਲਿਆ। ਐਸੀ ਪ੍ਰੀਤੀ ਉਹਨਾਂ ਗੁਰਸਿੱਖਾਂ ਦੇ ਨਾਲ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਪਿਆਰ ਹੈ, ਭਾਵਨਾ ਹੈ, ਸ਼ਰਧਾ ਹੈ। ਇਹ ਤੇ ਗਰੀਬ ਨਵਾਜ ਕਹਿੰਦੇ, ਆਵਣ ਜਾਣਾ ਸਭ ਚਲਤ ਤੁਮਾਰੇ। ਸੰਸਾਰ ਤੇ ਜੀਵਾਂ ਦਾ ਆਉਣਾ, ਸੰਸਾਰ ਤੋਂ ਜੀਵਾਂ ਦਾ ਜਾਣਾ, ਇਹ ਸਾਰੇ ਮਹਾਰਾਜ ਆਪ ਜੀ ਦੇ ਚਲਤ ਕੌਤਕ ਹਨ। ਕਰ ਕਰ ਦੇਖੈ ਖੇਲ ਅਪਾਰ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਸੰਸਾਰ ਦੀਆਂ ਖੇਡਾਂ ਨੂੰ ਵੇਖਦਾ ਹੈ, ਜੀਵਾਂ ਦੀਆਂ ਖੇਡਾਂ ਨੂੰ ਵੇਖਦਾ ਹੈ। ਆਪ ਕਰਦਾ ਹੈ, ਫਿਰ ਆਪ ਹੀ ਉਹਨਾਂ ਦੇ ਅਪਾਰਾ ਬੇਅੰਤ ਖੇਡਾਂ ਨੂੰ ਵੇਖਦਾ ਹੈ। ਆਪ ਉਪਾਏ ਉਪਾਵਨ ਹਾਰ। ਗਰੀਬ ਨਵਾਜ ਸੰਸਾਰ ਨੂੰ ਪੈਦਾ ਕਰਨ ਵਾਲੇ ਨੇ। ਫਿਰ ਮਹਾਰਾਜ ਸਾਹਿਬ ਕੀ ਆਖਦੇ ਨੇ? ਆਪ ਉਪਾਏ, ਖੁਦ ਆਪਣੀ ਕਿਰਪਾ ਦੇ ਨਾਲ, ਚੇਤਨ ਸਤਾ ਦੇ ਨਾਲ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਸੰਸਾਰ ਨੂੰ ਪੈਦਾ ਕਰਦਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ।
ਉਸ ਮਾਲਕ ਦਾ ਇੱਕ ਬਚਨ ਹੋਇਆ, ਲੱਖਾਂ ਦਰਿਆ ਬਣ ਗਏ, ਲੱਖਾਂ ਨਦੀਆਂ ਬਣ ਗਈਆਂ, ਆਕਾਸ਼ ਬਣ ਗਏ, ਪਾਤਾਲ ਬਣ ਗਏ, ਬੇਅੰਤ ਜੂਨਾਂ ਬਣ ਗਈਆਂ। ਉਹ ਪਾਵਨਹਾਰਾ, ਕਿਸੇ ਹੋਰ ਦੇ ਅੰਦਰ ਇਹ ਤਾਕਤ ਨਹੀਂ, ਸ਼ਕਤੀ ਨਹੀਂ, ਕੇਵਲ ਤੇ ਕੇਵਲ ਉਸ ਮਾਲਕ ਦੇ ਅੰਦਰ ਹੀ ਹੈ। ਆਪਣਾ ਕੀਆ ਪਾਲਣਾ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਭਾਈ ਵੇਖੋ ਕਿੰਨੀ ਵੱਡੀ ਉਸ ਮਾਲਕ ਦੇ ਅੰਦਰ ਕਲਾ ਹੈ। ਪਹਿਲਾਂ ਸੰਸਾਰ ਨੂੰ ਪੈਦਾ ਕਰਦਾ ਹੈ, ਫਿਰ ਜੀਵਾਂ ਨੂੰ ਪੈਦਾ ਕਰਦਾ ਹੈ, ਫਿਰ ਉਹਨਾਂ ਜੀਵਾਂ ਨੂੰ ਪਾਲਦਾ ਹੈ। ਬਹੁਤ ਵੱਡੀ ਗੱਲ ਹੈ। ਫਿਰ ਇਹ ਨਹੀਂ ਵੇਖਦਾ ਕਿ ਇਹ ਜੀਵ ਨਾਸਤਿਕ ਹੈ, ਇਹ ਆਸਤਿਕ ਹੈ। ਉਹ ਸਾਰਿਆਂ ਨੂੰ ਆਹਾਰ ਬਖਸ਼ਿਸ਼ ਕਰਦਾ ਹੈ। ਜਾਨ ਕੋ ਦੇਤ ਅਜ਼ਾਨ ਕੋ ਦੇਤ ਜ਼ਮੀਨ ਕੋ ਦਹਿ ਹੈ। ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ। ਦਿੰਦੇ ਟੋਟ ਨਾ ਆਵਈ ਅਗੰਤ ਪਰੇ ਭੰਡਾਰ। ਉਸ ਮਾਲਕ ਪ੍ਰਮਾਤਮਾ ਦੇ ਜਿਹੜੇ ਸੋਮੇ ਨੇ, ਭੰਡਾਰੇ ਨੇ ਨਾ, ਉਹ ਲਬਾ ਲਬ ਭਰੇ ਪਏ ਨੇ। ਉਹ ਦਾਤਾ ਬਖਸ਼ਿਸ਼ ਕਰਦਾ ਹੈ। ਭਾਵੇਂ ਉਹ ਮੂਸਾ ਪੈਗੰਬਰ ਵੀ ਹੈ। ਖੁਦਾ ਨੂੰ ਕਹਿਣ ਲੱਗਾ, ਹੁਣ ਨਗਰ ਦੇ ਅੰਦਰ ਦੁਨੀਆ ਦੇ ਲੋਕਾਂ ਨੂੰ ਭੋਜਨ ਮੈਂ ਦੇਵਾਂਗਾ। ਪਰਮਾਤਮਾ ਜੀ ਕਹਿਣ ਲੱਗੇ, ਮੂਸਿਆ ਤੇਰੇ ਪਾਸੋਂ ਇਹ ਕੰਮ ਨਹੀਂ ਹੋਣਾ। ਮੂਸੇ ਨੇ ਜਿੱਦ ਕੀਤੀ। ਪਰਮਾਤਮਾ ਨੇ ਉਹਦੀ ਡਿਊਟੀ ਲਾਈ ਹੈ, ਪਰ ਮੂਸੇ ਨੇ ਇੱਕ ਤੇ ਵਕਾਰੀ ਪੁਰਸ਼ ਨੂੰ ਭੋਜਨ ਨਹੀਂ ਦਿੱਤਾ, ਇੱਕ ਸੂਰ ਨੂੰ ਵੱਧ ਜਾਣ ਕੇ। ਪਰਮਾਤਮਾ ਜੀ ਕਹਿਣ ਲੱਗੇ, ਮੂਸਿਆ ਤੂੰ ਇਸ ਕੰਮ ਦੇ ਅੰਦਰੋਂ ਪੂਰਾ ਨਹੀਂ ਉਤਰਿਆ। ਕਹਿਣ ਲੱਗਾ, ਮਹਾਰਾਜ ਕਿਉਂ? ਕਹਿਣ ਲੱਗਾ, ਤੂੰ ਰੋਜੀ ਸਾਰਿਆਂ ਨੂੰ ਦਿੱਤੀ ਹੈ। ਕਹਿਣ ਲੱਗਾ, ਨਹੀਂ, ਇੱਕ ਸੂਰ ਨੂੰ ਵੱਧ ਜਾਣ ਕੇ ਤੇ ਇੱਕ ਵਕਾਰੀ ਪੁਰਸ਼ ਨੂੰ ਭੋਜਨ ਨਹੀਂ ਦਿੱਤਾ। ਪਰਮਾਤਮਾ ਜੀ ਕਹਿਣ ਲੱਗੇ, ਮੂਸਿਆ ਤੇਰਾ ਕੰਮ ਸੀ ਹਰੇਕ ਨੂੰ ਭੋਜਨ ਦੇਣਾ, ਤੂੰ ਤੇ ਜੀਵਾਂ ਦੇ ਔਗਣ ਵੇਖਣ ਲੱਗ ਪਿਆ। ਇਸ ਕਰਕੇ ਮੂਸੇ ਨੇ ਪਰਮਾਤਮਾ ਦੀ ਪਰਖ ਲਈ। ਉਸ ਨੇ ਡੱਬੀ ਦੇ ਅੰਦਰ ਇੱਕ ਕੀੜਾ ਰੱਖਿਆ ਸੀ। ਕਹਿਣ ਲੱਗਾ, ਪਰਮਾਤਮਾ ਜੀ ਆਪ ਜੀ ਨੇ ਸਾਰਿਆਂ ਨੂੰ ਆਹਾਰ ਪਹੁੰਚਦਾ ਕੀਤਾ ਹੈ। ਪਰਮਾਤਮਾ ਜੀ ਕਹਿਣ ਲੱਗੇ, ਹਾਂ। ਉਹ ਕਹਿਣ ਲੱਗਾ, ਮੇਰੇ ਪਾਸ ਡੱਬੀ ਦੇ ਅੰਦਰ ਕੀੜਾ ਹੈ, ਉਹਦੇ ਪਾਸ ਵੀ ਭੋਜਨ ਹੈ। ਪਰਮਾਤਮਾ ਜੀ ਕਹਿਣ ਲੱਗੇ, ਹਾਂ। ਮੂਸੇ ਨੇ ਪਰਖ ਕੀਤੀ ਤੇ ਉਸ ਕੀੜੇ ਦੇ ਮੂੰਹ ਦੇ ਅੰਦਰ ਵੀ ਦਾਣੇ ਸਨ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ, ਆਪਣਾ ਕੀਆ ਪਾਲਣਾ। ਜਿੰਨੇ ਵੀ ਜੀਵ ਉਸ ਮਾਲਕ ਨੇ ਪੈਦਾ ਕੀਤੇ ਨੇ, ਫਿਰ ਉਹਨਾਂ ਨੂੰ ਪਾਲਦਾ ਵੀ ਉਹ ਆਪ ਹੈ। ਸੋਣ ਸੋਣ ਜੀਵ ਸੋਏ ਤੁਮਾਰੀ। ਜਗਿਆਸੂ ਕੀ ਬੇਨਤੀ ਕਰਦਾ ਹੈ, ਮਹਾਰਾਜ ਮੈਂ ਤੇ ਸੋਏ ਆਪ ਜੀ ਦੀ ਸੋਭਾ ਨੂੰ ਸੁਣਦਾ ਹਾਂ। ਆਪ ਜੀ ਦੀ ਬਾਣੀ ਨੂੰ ਸੁਣ ਸੁਣ ਕੇ ਹੀ ਮੇਰਾ ਜਿਉਣਾ ਹੁੰਦਾ ਹੈ। ਸਦਾ ਸਦਾ ਜਾਈ ਬਲਿਹਾਰੀ। ਮੈਂ ਤੇ ਹਮੇਸ਼ਾ ਹੀ ਆਪ ਜੀ ਤੋਂ, ਆਪ ਜੀ ਦੀ ਬਾਣੀ ਤੋਂ, ਆਪ ਜੀ ਦੇ ਪਿਆਰਿਆਂ ਤੋਂ ਕੁਰਬਾਨ ਜਾਂਦਾ ਹਾਂ। ਦੋਏ ਕਰ ਜੋੜ ਸਿਮਰਾ ਦਿਨ ਰਾਤੀ। ਦੋਏ ਕਰ ਜੋੜ, ਦੋਨੋਂ ਹੱਥਾਂ ਨੂੰ ਜੋੜ ਕਰਕੇ ਰਾਤ ਦਿਨ ਮੈਂ ਆਪ ਜੀ ਦਾ ਸਿਮਰਨ ਕਰਦਾ ਹਾਂ। ਮੇਰੇ ਮਨ ਅੰਦਰ ਇੱਕ ਤਾਂਘ ਹੈ, ਦੇਹੋ ਦਰਸ ਜਿਤ ਮਨ ਤ੍ਰਿਪਤਾਸੈ, ਹਰ ਕੀਰਤਨ ਮਨ ਠਹਿਰਾਏਗਾ। ਐਸੀ ਮੇਰੇ ਤੇ ਕਿਰਪਾ ਕਰ ਦਿਓ, ਹੁਕਮ ਬੂਝ ਸੋ ਸੇਵਕ ਕਹੀਐ। ਮੈਂ ਤੁਹਾਡੀ ਰਜ਼ਾ ਨੂੰ ਸਮਝ ਸਕਾਂ। ਬੁਰਾ ਭਲਾ ਦੋਏ ਸਮਸਰ ਸਹੀ ਹੈ। ਮੇਰੇ ਤੇ ਦੁੱਖ ਆ ਜਾਵੇ, ਮੇਰੇ ਤੇ ਸੁਖ ਆ ਜਾਵੇ, ਮੈਂ ਦੁੱਖ ਦੇ ਅੰਦਰ ਵੀ ਆਪ ਜੀ ਨੂੰ ਯਾਦ ਕਰਾਂ, ਸੁਖ ਦੇ ਅੰਦਰ ਵੀ ਆਪ ਜੀ ਨੂੰ ਯਾਦ ਕਰਾਂ। ਐਸੀ ਮੇਰੇ ਤੇ ਕਿਰਪਾ ਕਰ ਦਿਓ। ਮੇਰੀ ਤੇ ਅਰਦਾਸ ਹੈ, ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ। ਦੋਏ ਕਰ ਜੋੜ ਸਿਮਰਾਓ ਦਿਨ ਰਾਤੀ।
ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮੈਂ ਮਨ ਕਰਕੇ ਵੀ ਆਪ ਜੀ ਨੂੰ ਜਪਾਂ, ਤਨ ਕਰਕੇ ਵੀ ਆਪ ਜੀ ਨੂੰ ਜਪਾਂ, ਰਸਨਾ ਕਰਕੇ ਵੀ ਆਪ ਜੀ ਨੂੰ ਜਪਾਂ ਦਿਨ ਰਾਤੀ। ਦਿਨੇ ਵੀ ਆਪ ਜੀ ਨੂੰ ਜਪਾਂ, ਰਾਤ ਨੂੰ ਵੀ ਆਪ ਜੀ ਨੂੰ ਜਪਾਂ, ਐਸੀ ਮੇਰੇ ਤੇ ਬਖਸ਼ਿਸ਼ ਕਰ ਦਿਓ। ਮੇਰੇ ਸੁਆਮੀ ਅਗਮ ਅਪਾਰਣਾ। ਉਹ ਸੁਆਮੀ ਤੂੰ ਮੇਰਾ ਮਾਲਕ ਹੈ, ਅਗਮ ਮਨ ਕਰਕੇ ਅਗਮ ਹੈ, ਅਪਾਰਨਾ ਤੇਰਾ ਪਾਰਾਵਾਰ ਦਾ ਅੰਤ ਨਹੀਂ ਆਉਂਦਾ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰਾ। ਆਪ ਜੀ ਦਾ ਦਰਬਾਰ ਵੀ ਬਹੁਤ ਵੱਡਾ ਹੈ, ਆਪ ਜੀ ਦਾ ਨਾਮ ਵੀ ਬਹੁਤ ਵੱਡਾ ਹੈ। ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਚਾ ਹੋ ਰਹੀ ਹੈ। ਜਪਜੀ ਸਾਹਿਬ ਦੀ ਬਾਣੀ ਸਿੱਧਾਂ ਦੇ ਪ੍ਰਥਾਏ ਉਚਾਰੀ ਹੈ। ਇਸ ਬਾਣੀ ਦੇ ਅੰਦਰ ਬੜੇ ਪ੍ਰਸ਼ਨ ਉੱਤਰ ਹੋਏ ਨੇ। ਸਿੱਧਾਂ ਨੇ ਸਵਾਲ ਕੀਤਾ ਕਿ ਉਸ ਪਰਮਾਤਮਾ ਦੀ ਜੇ ਸਿਫਤ ਕਰਾਂਗੇ ਅੰਤ ਆਵੇਗਾ? ਮਹਾਰਾਜ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਮਹਾਰਾਜ ਕਹਿੰਦੇ ਉਸ ਮਾਲਕ ਦੀ ਸਿਫਤ ਕਰ ਤਾਂ ਵੀ ਨਹੀਂ ਅੰਤ ਆਵੇਗਾ, ਵਡਿਆਈ ਕਰ ਤਾਂ ਵੀ ਨਹੀਂ ਅੰਤ ਆਵੇਗਾ, ਉਪਮਾ ਕਰ ਅੰਤ ਨਹੀਂ ਆਵੇਗਾ। ਉਹ ਪਰਮਾਤਮਾ ਬੇਅੰਤ ਹੈ। ਫਿਰ ਨਾਮ ਜਪਣ ਵਾਲਿਆਂ ਦੀ ਗਿਣਤੀ ਵੇਖੋ ਤੋ ਮਹਾਰਾਜ ਕਹਿੰਦੇ ਅਸੰਖ ਜਪ। ਅਸੰਖ ਤੋਂ ਭਾਵ ਹੈ ਜਿਹਦੀ ਗਿਣਤੀ ਨਾ ਹੋ ਸਕੇ। ਬੇਅੰਤ ਜਪ ਉਹਦੇ ਜਪ ਨੂੰ ਕਰ ਰਹੇ ਨੇ। ਅਸੰਖ ਜਪ ਅਸੰਖ ਭਾਉ, ਭਾਉ ਤੋਂ ਭਾਵ ਹੈ ਪ੍ਰੇਮ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਸਿੱਧੋ, ਬੇਅੰਤ ਐਸੇ ਲੋਕ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਵਾਹਿਗੁਰੂ ਦੇ ਨਾਲ ਪ੍ਰੇਮ ਕਰਦੇ ਨੇ। ਅਸੰਖ ਪੂਜਾ ਅਸੰਖ ਤਪ ਤਾਉ। ਬੇਅੰਤ ਐਸੇ ਨੇ ਜੋ ਨਿਰੰਕਾਰ ਦੀ ਪੂਜਾ ਵਿੱਚ ਜੁੜੇ ਹੋਏ ਨੇ। ਬੇਅੰਤ ਐਸੇ ਨੇ ਜੋ ਤਪ ਦੇ ਅੰਦਰ ਜੁੜੇ ਹੋਏ ਨੇ। ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ। ਬੇਅੰਤ ਐਸੇ ਨੇ ਜੋ ਪਾਠ ਅੰਦਰ ਜੁੜੇ ਨੇ, ਗ੍ਰੰਥਾਂ ਦੇ ਅੰਦਰ ਜੁੜੇ ਨੇ। ਤੇ ਅਖੀਰ ਵਿੱਚ ਕਹਿ ਦਿੱਤਾ ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਵਾਹਿਗੁਰੂ ਤੂੰ ਹਮੇਸ਼ਾ ਰਹਿਣ ਵਾਲਾ ਹੈ, ਤੇਰਾ ਅੰਤ ਨਹੀਂ ਆ ਸਕਦਾ। ਸੁਆਮੀ ਅਗਮ ਅਪਾਰਣਾ, ਉਹ ਸਾਰਿਆਂ ਦਾ ਮਾਲਕ ਹੈ, ਮਨ ਕਰਕੇ ਅਗਮ ਹੈ, ਅਪਾਰਣਾ ਸਾਰਿਆਂ ਨੂੰ ਪਾਲਣ ਵਾਲਾ ਹੈ। ਤੋਧ ਬਿਨ ਦੂਜੇ ਕਿਸ ਸਾਲਾਹੀ। ਫਿਰ ਸਿੱਖ ਦੀ ਅਰਦਾਸ ਹੈ, ਮਹਾਰਾਜ ਆਪ ਜੀ ਤੋਂ ਬਿਨਾਂ ਮੈਂ ਦੂਸਰੇ ਨੂੰ ਕਿਉਂ ਸਲਾਹਾਂ? ਮੈਂ ਤੇ ਆਪ ਜੀ ਦੀ ਹੀ ਸਿਫਤ ਕਰਦਾ ਹਾਂ। ਮੈਨੂੰ ਇਹ ਵੀ ਪਤਾ ਹੈ ਏਕ ਛੋੜ ਦੂਜੇ ਲੱਗੇ। ਡੂਬੇ ਸੇਵਨ ਜਾ ਰਿਹਾ, ਜਿਹੜੇ ਇੱਕ ਨੂੰ ਛੱਡ ਕੇ ਹੋਰਾਂ ਦੀ ਉਪਾਸਨਾ ਦੇ ਅੰਦਰ ਜੁੜ ਗਏ, ਗਰੀਬ ਨਿਵਾਜ ਉਹ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਜਾਂਦੇ ਹਨ। ਇਸ ਕਰਕੇ ਮੈਂ ਆਪ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਸਲਾਹੁੰਦਾ ਹਾਂ। ਏਕੋ ਏਕ ਜਪੀ ਮਨ ਮਾਹੀ। ਮੈਂ ਤੇ ਆਪਣੇ ਮਨ ਦੇ ਵਿੱਚ ਇੱਕ ਪਰਮਾਤਮਾ ਜੋ ਸਾਰੇ ਪਾਸੇ ਰਮਿਆ ਹੈ, ਜਪੀ ਜੀਭਾ ਦੇ ਨਾਲ ਮੈਂ ਉਸ ਦਾ ਜਾਪ ਜਪਦਾ ਹਾਂ। ਹੁਕਮ ਬੂਝ ਜਨ ਭਏ ਨਿਹਾਲਾ। ਮੈਂ ਤੇ ਉਸ ਨਿਰੰਕਾਰ ਪਰਮਾਤਮਾ ਦੇ ਭਾਣੇ ਨੂੰ ਸਮਝਿਆ ਹੈ, ਉਹਦੀ ਰਜ਼ਾ ਨੂੰ ਸਮਝਿਆ ਹੈ। ਉਹਦੀ ਰਜ਼ਾ ਦੇ ਵਿੱਚ ਰਹਿ ਕੇ ਜਨ ਭਏ ਨਿਹਾਲਾ। ਜਿਹੜੇ ਸਤਿਪੁਰਸ਼ ਮਹਾਤਮਾ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ, ਭਏ ਨਿਹਾਲਾ, ਉਹ ਨਿਹਾਲ ਹੋ ਜਾਂਦੇ ਨੇ।
ਉਹਨਾਂ ਦੀ ਸੰਸਾਰ ਦੀ ਯਾਤਰਾ ਸਫਲ ਹੋ ਜਾਂਦੀ ਹੈ। ਇਹ ਭਗਤਾ ਕੀ ਘਾਲਣਾ। ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜੇ ਅਸਲ ਭਗਤ ਨੇ ਉਹਨਾਂ ਦੀ ਘਾਲਣਾ ਕਮਾਈ ਕੀ ਹੈ। ਮਹਾਰਾਜ ਕਹਿੰਦੇ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਇਹ ਉਹਨਾਂ ਦੀ ਕਮਾਈ ਹੈ। ਉਹ ਕਦੀ ਵੀ ਮਾਲਕ ਦੀ ਰਜ਼ਾ ਤੋਂ ਬਾਹਰ ਨਹੀਂ ਜਾਂਦੇ। ਉਹਨਾਂ ਤੇ ਲੱਖਾਂ ਮੁਸੀਬਤਾਂ ਵੀ ਆ ਜਾਣ ਤਾਂ ਵੀ ਉਹ ਮਾਲਕ ਦੀ ਰਜ਼ਾ ਦੇ ਵਿੱਚ ਰਹਿੰਦੇ ਹਨ। ਗੁਰ ਉਪਦੇਸ਼ ਜਪੀਐ ਮਨ ਸਾਚਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਭਾਈ ਜਿਹੜਾ ਗੁਰੂ ਦੀ ਸਿੱਖਿਆ ਹੈ, ਗੁਰੂ ਦਾ ਉਪਦੇਸ਼ ਹੈ, ਉਹ ਸੱਚਾ ਹੈ। ਉਸ ਆਪਣੇ ਦੇਸ਼ ਰੰਗ ਸਿੱਖਿਆ ਕਿ ਇਹ ਜਿਹੜੇ ਜੀਵ ਨੇ ਪਰਮਾਤਮਾ ਦੇ ਨਾਮ ਦੇ ਰੰਗ ਅੰਦਰ ਭਿੱਜ ਜਾਂਦੇ ਹਨ। ਗੁਰ ਉਪਦੇਸ਼ ਟੁੱਟਹਿ ਸਭ ਬੰਧਨ। ਗੁਰੂ ਦੀ ਜਿਨ੍ਹਾਂ ਨੇ ਸਿੱਖਿਆ ਲਈ ਹੈ, ਜਿਸ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਗੁਰ ਕੀ ਮਤ ਜੀ ਆਈ ਕਾਰ। ਜਿਨ੍ਹਾਂ ਨੇ ਗੁਰੂ ਦੀ ਮਤ ਲਈ ਉਹਨਾਂ ਦੇ ਸਾਰੇ ਕੀਤੇ ਹੋਏ ਕੰਮ ਜਿਹੜੇ ਨੇ ਸਫਲ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਜਿਹੜੇ ਮੰਨਦੇ ਨੇ, ਟੁੱਟੈ ਸਭ ਬੰਧਨ, ਉਹਨਾਂ ਜੀਵਾਂ ਦੇ ਸਾਰੇ ਬੰਧਨ ਜਿਹੜੇ ਨੇ ਨਾਸ ਹੋ ਜਾਂਦੇ ਨੇ। ਇੱਕ ਤੇ ਜੰਮਣ ਮਰਨ ਦਾ ਬੰਧਨ, ਸੰਸਾਰ ਦੇ ਦੁੱਖਾਂ ਦਾ ਬੰਧਨ, ਵਿਕਾਰਾਂ ਦਾ ਬੰਧਨ, ਇਹ ਸਾਰੇ ਉਹਨਾਂ ਦੇ ਟੁੱਟ ਜਾਂਦੇ ਨੇ। ਮੇਰਾ ਬੈਤ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਹ ਗੁਰੂ ਦਾ ਉਪਦੇਸ਼ ਐਸਾ ਹੈ ਜੋ ਜਮਾਂ ਦੀਆਂ ਫਾਹੀਆਂ ਨੂੰ ਕੱਟ ਦਿੰਦਾ ਹੈ। ਗੁਰੂ ਦਾ ਨਾਮ ਰੂਪੀ ਉਪਦੇਸ਼ ਐਸਾ ਹੈ ਜੋ ਜਮਾਂ ਦੀਆਂ ਫਾਹੀਆਂ ਨੂੰ ਕੱਟ ਦਿੰਦਾ ਹੈ। ਟੁੱਟੈ ਸਭ ਬੰਧਨ, ਤਮਾਮ ਬੰਧਨ ਜਿਹੜੇ ਨੇ ਉਹ ਨਾਸ ਹੋ ਜਾਂਦੇ ਹਨ। ਇਹੋ ਭਰਮ ਮੋਹ ਪਰ ਜਾਲਣਾ। ਫਿਰ ਜੀਵ ਦੇ ਹਿਰਦੇ ਅੰਦਰੋਂ 5 ਪ੍ਰਕਾਰ ਦੇ ਭਰਮ ਅਤੇ ਜਿਹੜਾ ਮੋਹ ਹੈ ਪਰ ਜਾਲਣਾ, ਇਹ ਵੀ ਸੜ ਜਾਂਦਾ ਹੈ। ਜਹ ਰਾਖੈ ਸੋਈ ਸੁਖ ਥਾਨਾ। ਫਿਰ ਉਹ ਗੁਰੂ ਕੇ ਸਿੱਖ ਕੀ ਆਖਦੇ ਨੇ, ਜਿੱਥੇ ਵੀ ਪਰਮਾਤਮਾ ਰੱਖਦਾ ਹੈ, ਭਾਵੇਂ ਉਜਾੜ ਹੈ, ਭਾਵੇਂ ਉਹ ਝੁੱਗੀ ਹੈ, ਭਾਵੇਂ ਉਹ ਝੌਂਪੜੀ ਹੈ, ਸੋਈ ਸੁਖ ਥਾਨਾ, ਉਹੀ ਥਾਨ ਜਿਹੜਾ ਹੈ ਸੁੱਖਾਂ ਵਾਲਾ ਹੋ ਜਾਂਦਾ ਹੈ। ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਵੀ ਰੱਬ ਦੇ ਪਿਆਰੇ ਬੈਠ ਜਾਂਦੇ ਨੇ, ਉਹ ਧਰਤੀ ਸੋਭਨੀਕ ਹੋ ਜਾਂਦੀ ਹੈ, ਉਹ ਧਰਤੀ ਪੂਜਨ ਦੇ ਲਾਇਕ ਹੋ ਜਾਂਦੀ ਹੈ। ਜਹ ਰਾਖੈ ਸੋਈ ਸੁਖ ਥਾਨਾ। ਉਹ ਕਹਿੰਦੇ ਜਿੱਥੇ ਵੀ ਪਰਮਾਤਮਾ ਰੱਖਦਾ ਹੈ, ਸਾਡੇ ਵਾਸਤੇ ਉਹ ਸੁੱਖਾਂ ਦੀ ਜਗ੍ਹਾ ਹੈ। ਸਹਜੇ ਹੋਏ ਸੋਈ ਭਲ ਮਾਨਾ। ਜੋ ਵੀ ਸੁੱਤੇ ਸਿੱਧ ਹੁੰਦਾ ਹੈ, ਜੋ ਵੀ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਸੋਈ ਭਲ ਮਾਨਾ, ਉਸ ਨੂੰ ਭਲੀ ਪ੍ਰਕਾਰ ਆਪਣੇ ਹਿਰਦੇ ਵਿੱਚ ਮਾਨਾ ਮੰਨਦੇ ਹਨ। ਬਿਨ ਸੇ ਬੈਰ ਨਾਹੀ ਕੋ ਬੈਰੀ। ਉਹਨਾਂ ਸਤਿਪੁਰਸ਼ਾਂ ਦੇ ਹਿਰਦੇ ਵਿੱਚੋਂ ਵੈਰ ਭਾਵਨਾ ਖਤਮ ਹੋ ਜਾਂਦੀ ਹੈ। ਨਾ ਹੀ ਕੋ ਬੈਰੀ, ਉਹ ਕਹਿੰਦੇ ਸੰਸਾਰ ਦੇ ਅੰਦਰ ਸਾਡਾ ਤੇ ਕੋਈ ਵੈਰੀ ਹੈ ਹੀ ਨਹੀਂ। ਸਭ ਏਕੋ ਹੈ ਪਾਲਣਾ। ਉਹ ਤੇ ਵੈਰੀਆਂ ਦੇ ਅੰਦਰ ਵੀ, ਦੁਸ਼ਮਣਾਂ ਦੇ ਅੰਦਰ ਵੀ, ਕੁੱਲ ਕਾਇਨਾਤ ਦੇ ਅੰਦਰ ਹੀ ਇੱਕੋ ਹੈ ਪਾਲਣਾ। ਇੱਕ ਨਿਰੰਕਾਰ ਪਰਮਾਤਮਾ ਨੂੰ ਹੀ ਤੱਕਦੇ ਹਨ। ਡਰ ਚੁਕੇ ਬਿਨ ਸੇ ਅੰਧਿਆਰੇ। ਜਿੰਨੇ ਵੀ ਡਰ ਨੇ ਦੁਨੀਆ ਦੇ ਅੰਦਰ, ਉਹਨਾਂ ਦੇ ਚੁੱਕੇ ਨਾਸ ਹੋ ਗਏ। ਬਿਨ ਸੇ ਅੰਧਿਆਰੇ, ਜਿਹੜਾ ਅਗਿਆਨਤਾ ਦਾ ਹਨੇਰਾ ਸੀ, ਉਹ ਵੀ ਬਿਨ ਸੇ ਨਾਸ ਹੋ ਗਿਆ। ਐਸੀ ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ। ਪੁਰਖ ਤੋਂ ਭਾਵ ਜੋ ਸਾਰੇ ਪਾਸੇ ਵਿਆਪਕ ਹੈ। ਵਿਆਪਕ ਹੁੰਦਿਆਂ ਹੋਇਆਂ ਵੀ ਨਿਰਾਰੇ ਉਹ ਵੱਖਰਾ ਹੈ। ਪ੍ਰਗਟ ਭਏ, ਐਸਾ ਪਰਮਾਤਮਾ ਜਿਹੜਾ ਹੈ, ਉਹਨਾਂ ਗੁਰਮੁਖ ਪਿਆਰਿਆਂ ਦੇ ਸਾਹਮਣੇ ਸਾਖਿਆਤਕਾਰ ਹੋ ਜਾਂਦਾ ਹੈ। ਐਸਾ ਉਸ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਆਪ ਛੋੜ ਪਏ ਸਰਣਾਈ। ਫਿਰ ਉਹਨਾਂ ਗੁਰਸਿੱਖਾਂ ਨੇ, ਉਹਨਾਂ ਮਹਾਤਮਾਵਾਂ ਨੇ
ਆਪਣੇ ਆਪੇ ਨੂੰ ਛੱਡ ਦਿੱਤਾ ਹੈ, ਹੰਕਾਰ ਨੂੰ ਛੱਡ ਦਿੱਤਾ ਹੈ। ਉਹ ਤੇ ਆਖਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ। ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ, ਪ੍ਰਮਾਤਮਾ ਇਹ ਸਰੀਰ ਵੀ ਤੇਰਾ ਹੈ, ਸੁਆਸ ਵੀ ਤੇਰੇ ਨੇ, ਘਰ-ਬਾਰ ਵੀ ਤੇਰਾ ਹੈ। ਜੋ ਮੈਂ ਜੀਭਾ ਦੇ ਨਾਲ ਬੰਦਗੀ ਕਰ ਰਿਹਾ, ਮੈਂ ਨਹੀਂ ਕਰਦਿਆਂ ਤੂੰ ਕਰਵਾ ਰਿਹਾ ਹੈ। ਆਪ ਛੋੜ, ਆਪਣੇ ਆਪੇ ਨੂੰ ਛੱਡ ਦਿੰਦੇ ਨੇ। ਭਏ ਸਰਨਾਈ, ਉਹ ਮਾਲਕ ਦੇ ਚਰਨਾਂ ਦੀ ਸ਼ਰਨ ਅੰਦਰ ਪੈ ਜਾਂਦੇ ਹਨ। ਜਿਸ ਕਾ ਸਾ ਤਿਸ ਘਾਲਣਾ। ਗਰੀਬ ਨਿਵਾਜ ਕਹਿੰਦੇ ਫਿਰ ਜਿਸ ਜੀਵ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ, ਸਾਤ ਤਿਸ ਘਾਲਣਾ, ਫਿਰ ਉਹ ਗੁਰੂ ਕਾ ਪਿਆਰਾ ਪਰਮਾਤਮਾ ਦੀ ਸਾਧਨਾ ਕਰਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਉਹਨਾਂ ਨੇ ਬੜੀਆਂ ਸੁੰਦਰ ਉਦਾਹਰਨਾਂ ਦਿੱਤੀਆਂ ਨੇ। ਪਹਿਲੀ ਉਦਾਹਰਨ ਇਹ ਹੈ ਕਿ ਜਿਵੇਂ ਮਨੁੱਖ ਬੇੜੀ ਦੇ ਅੰਦਰ ਬੈਠ ਜਾਂਦੇ ਨੇ, ਜੋ ਬੇੜੀ ਪਾਣੀ ਦੇ ਅੰਦਰ ਡੁੱਬ ਜਾਵੇ, ਜਿਹੜੇ ਤੇ ਤਾਰੂ ਬਚ ਜਾਣ ਜਾਂ ਜਿਹੜੇ ਵੀ ਜੀਵ ਬਚ ਗਏ ਉਹ ਲਾਭਦਾਇਕ ਨੇ। ਜਿਹੜੇ ਪਾਣੀ ਦੇ ਅੰਦਰ ਡੁੱਬ ਗਏ ਉਹਨਾਂ ਦੀ ਮੌਤ ਹੈ। ਉਸ ਤੋਂ ਬਾਅਦ ਕੇਵਲ ਪਛਤਾਤਾਪ ਹੈ, ਇਸ ਤੋਂ ਉੱਤੇ ਕੁਝ ਨਹੀਂ। ਦੂਸਰੀ ਉਦਾਹਰਨ, ਜੇ ਘਰ ਦੇ ਅੰਦਰ ਅੱਗ ਲੱਗ ਜਾਵੇ, ਜਿਹੜੇ ਵੀ ਘਰ ਦੇ ਪਦਾਰਥ ਬਚ ਗਏ ਉਹ ਵੀ ਲਾਭਦਾਇਕ ਨੇ। ਜਿਹੜੇ ਅੱਗ ਦੀ ਲਪੇਟ ਅੰਦਰ ਆ ਗਏ ਉਹ ਸੜ ਕੇ ਸੁਆਹ ਹੋ ਜਾਂਦੇ ਨੇ। ਤੀਸਰੀ ਉਦਾਹਰਨ, ਜੇ ਘਰ ਦੇ ਅੰਦਰ ਚੋਰ ਲੱਗ ਜਾਵੇ ਤੇ ਮਨੁੱਖ ਸੁੱਤਾ ਰਵੇ, ਚੋਰ ਸਾਰੀ ਜਿਹੜੀ ਸਮੱਗਰੀ ਹੈ ਉਹ ਲੈ ਜਾਂਦੇ ਨੇ। ਮਨੁੱਖ ਸੁਬਹ ਉੱਠਦਾ ਹੈ ਤੇ ਪਛਤਾਤਾਪ ਕਰਦਾ ਹੈ। ਚੌਥੀ ਉਦਾਹਰਨ, ਤਿਵੇਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਕੋਈ ਮਨੁੱਖ ਭੁੱਲਿਆ ਹੋਇਆ ਭਟਕਿਆ ਹੋਇਆ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਵੇ, ਉਸ ਨੂੰ ਮੋਖ ਦੀ ਦਾਤ ਮਿਲ ਜਾਂਦੀ ਹੈ, ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਜਿਸ ਦਾਤ ਨੂੰ ਲੈਣ ਵਾਸਤੇ ਵੱਡੇ ਵੱਡੇ ਮੁਨੀਆਂ ਨੇ ਘਰ-ਬਾਰ ਛੱਡ ਦਿੱਤੇ, ਗੋਰਖ ਵਰਗਿਆਂ ਨੇ ਰਾਜ ਭਾਗ ਛੱਡ ਦਿੱਤੇ, ਭਰਤਰੀ ਵਰਗਿਆਂ ਨੇ ਘਰ-ਬਾਰ ਤਿਆਗ ਦਿੱਤੇ, ਕਾਰਨ ਇੱਕ ਹੈ ਕਿ ਮੁਕਤੀ ਮਿਲ ਜਾਵੇ। ਭਾਈ ਗੁਰਦਾਸ ਕਹਿੰਦੇ ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ, ਚਰਨਾਂ ਦੀ ਸ਼ਰਨ ਵਿੱਚ ਬੈਠ, ਤੈਨੂੰ ਬੈਠਦਿਆਂ ਸਾਰ ਸੁਖ ਮਿਲੇਗਾ, ਮੁਕਤੀ ਦੀ ਦਾਤ ਮਿਲੇਗੀ, ਕਦੇ ਵੀ ਤੂੰ ਵਰਲਾਪ ਨਹੀਂ ਕਰੇਗਾ। ਭਾਈ ਗੁਰਦਾਸ ਦਾ ਕਵਿਤ ਸਵਈਆ ਹੈ, ਜੈਸੇ ਨਾਉ ਬੂਢ ਤਸੈ, ਜੋ ਨਿਕਸੈ ਸੋਈ ਭਲੋ, ਬੂਢ ਗਇਓ ਪਾਛੈ ਪਛਤਾਇਓ ਰਹਿ ਜਾਤ ਹੈ। ਜੈਸੇ ਕਰ ਲਾਗੈ ਆਗ, ਜੋਈ ਬਚੈ ਸੋਈ ਭਲੋ, ਜਰ ਬੁਝ ਕਛ ਬਸ ਨਾ ਬਸਾਤ ਹੈ। ਜੈਸੇ ਚੋਰ ਲਾਗੇ ਜਾਗੇ ਜੋਈ, ਰਹਿ ਸੋਈ ਭਲੋ, ਸੋਏ ਗਇਓ ਰੀਤੋ ਉਠ ਦੇਖੈ ਪ੍ਰਾਤ ਹੈ। ਤੈਸੇ ਅੰਤ ਕਾਲ ਗੁਰ ਚਰਨ ਸ਼ਰਨ ਆਵੈ, ਪਾਵੈ ਮੁਖ ਪਦਵੀ ਨਾਤਰ ਬਿਲਲ ਬਿਲਲਾਤ ਹੈ। ਤੇ ਗਰੀਬ ਨਿਵਾਜ ਕਿਰਪਾ ਕਰਦੇ ਨੇ ਕਿ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਡਰ ਚੁੱਕੇ ਬਿਨਸੇ ਅੰਧਿਆਰੇ, ਆਪ ਛੋੜ ਪਏ ਸਰਨਾਈ, ਜਿਨ੍ਹਾਂ ਨੇ ਆਪਣੇ ਹੰਕਾਰ ਨੂੰ ਛੱਡਿਆ ਹੈ,
ਤੇ ਹੰਕਾਰ ਤੋਂ ਰਹਿਤ ਹੋ ਕੇ ਗੁਰੂ ਨਾਨਕ ਦੇ ਦਰ ਨਾਲ ਜੁੜਿਆ ਹੈ, ਗੁਰੂ ਕੀ ਸੰਗਤ ਕਰਦਾ ਹੈ, ਬਾਣੀ ਪੜ੍ਹਦਾ ਹੈ, ਸੇਵਾ ਕਰਦਾ ਹੈ, ਗੁਰੂ ਸਿੱਖਾਂ ਦੀ ਸੇਵਾ ਕਰਦਾ ਹੈ। ਫਿਰ ਭਾਈ ਗੁਰਦਾਸ ਨੂੰ ਪੁੱਛੀਏ ਕਿ ਇਸ ਗੁਰੂ ਨਾਨਕ ਦੇ ਘਰ ਅੰਦਰ ਬੜੇ ਲੋਕ ਸੇਵਾ ਕਰਦੇ ਨਜ਼ਰ ਆਉਂਦੇ ਨੇ, ਗੁਰੂ ਕੀ ਸੰਗਤ ਕਰਦੇ ਨਜ਼ਰ ਆਉਂਦੇ ਨੇ, ਬਾਣੀ ਪੜ੍ਹਦੇ ਨਜ਼ਰ ਆਉਂਦੇ ਨੇ। ਭਾਈ ਸਾਹਿਬ ਆਪ ਜੀ ਕਿਰਪਾ ਕਰਕੇ ਦੱਸੋ ਕਿਹਨਾਂ ਦੀ ਬਾਣੀ ਪੜ੍ਹੀ ਪ੍ਰਵਾਨ ਹੈ, ਕਿਹਨਾਂ ਦੀ ਸੇਵਾ ਕੀਤੀ ਪ੍ਰਵਾਨ ਹੈ। ਉੱਥੇ ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ, ਕਰਕੈ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਆਈ, ਕਲਯੁਗ ਨਾਵੇ ਕੀ ਵਡਿਆਈ। ਭਾਈ ਗੁਰਦਾਸ ਕਹਿੰਦੇ ਗੁਰੂ ਕਾ ਸਿੱਖ ਬਾਣੀ ਵੀ ਪੜ੍ਹੇ, ਸੇਵਾ ਵੀ ਕਰੇ, ਗੁਰੂ ਕੀ ਸੰਗਤ ਵੀ ਕਰੇ, ਕਦੀ ਮਨ ਵਿੱਚ ਹੰਕਾਰ ਨਾ ਆਵੇ ਕਿ ਮੈਂ ਤੇ ਅੱਜ ਇੰਨੇ ਬਰਤਨ ਮਾਂਜੇ, ਇੰਨੀ ਝਾੜੂ ਫੇਰੀ, ਮੈਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਕੇ ਲੰਗਰਾਂ ਦੇ ਅੰਦਰ ਸੇਵਾ ਨਿਭਾਈ, ਗੁਰੂ ਕੇ ਸਿੱਖਾਂ ਤੇਰੀ ਸੇਵਾ ਸਾਰੀ ਉਹ ਲੇਖੇ ਵਿੱਚ ਨਹੀਂ ਪੈਂਦੀ। ਤੇਰੀ ਜੀਭਾ ਤੇ ਬੋਲ ਚਾਹੀਦਾ ਹੈ ਕਿ ਮੇਰੇ ਅੰਦਰ ਕੋਈ ਸ਼ਮਤਾ ਨਹੀਂ। ਗੁਰੂ ਨਾਨਕ ਦੇ ਘਰ ਵਿੱਚ ਜੇ ਕੋਈ ਸੇਵਾ ਹੋ ਰਹੀ ਹੈ ਤੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਹੋ ਰਹੀ ਹੈ, ਤੁਹਾਡੀ ਕਿਰਪਾ ਦੇ ਨਾਲ ਮੈਂ ਸੇਵਾ ਨਿਭਾ ਰਿਹਾ ਹਾਂ। ਗੁਰੂ ਨਾਨਕ ਦੇ ਘਰ ਅੰਦਰ ਸੇਵਾ ਉਹ ਪ੍ਰਵਾਨ ਹੈ ਜਿਸ ਸੇਵਾ ਨੂੰ ਦੇਖ ਕੇ ਮਨੁੱਖ ਹੰਕਾਰ ਨਹੀਂ ਕਰਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਾਵਨ ਸਥਾਨ, ਜਿਸ ਸਰੋਵਰ ਦੇ ਅੰਦਰੋਂ ਕਾਲੇ ਕਾਂ ਇਸ਼ਨਾਨ ਕਰਦੇ ਨੇ, ਚਿੱਟੇ ਹੰਸ ਬਣ ਕੇ ਨਿਕਲ ਜਾਂਦੇ ਨੇ। ਬੇਅੰਤ ਗੁਰੂ ਕੇ ਸਥਾਨ ਨੇ, ਬੜੇ ਐਸੇ ਸੇਵਾਦਾਰ ਨੇ ਜੋ ਮਾਇਆ ਦਾਨ ਕਰਦੇ ਨੇ, ਪੱਥਰਾਂ ਤੇ ਲਿਖਾ ਦਿੰਦੇ ਨੇ। ਉਹਦਾ ਕਾਰਨ ਕੀ ਹੈ ਕਿ ਦੁਨੀਆ ਦੇ ਲੋਕ ਮੇਰੀ ਵਡਿਆਈ ਕਰਨ, ਪਰ ਗੁਰੂ ਕੇ ਸਿੱਖਾ ਯਾਦ ਰੱਖੀ ਉਹ ਸੇਵਾ ਪ੍ਰਵਾਨ ਨਹੀਂ। ਤੂੰ ਗੁਰੂ ਦੇ ਚਰਨਾਂ ਅੰਦਰ ਮਾਇਆ ਅਰਪਣ ਕਰ, ਸੇਵਾ ਕਰ, ਪਰ ਨਾਲ ਨਾਲ ਕਹਿ ਗੁਰੂ ਮੇਰਾ ਕੁਝ ਵੀ ਨਹੀਂ, ਇਹ ਘਰ-ਬਾਰ, ਜ਼ਮੀਨ, ਜਾਇਦਾਦ, ਮਾਇਆ, ਇਹ ਸਭ ਕੁਝ ਤੇਰਾ ਹੈ। ਜੇ ਤੂੰ ਮੈਨੂੰ ਦੁਨੀਆ ਤੇ ਸੁੱਖ ਬਖਸ਼ਿਸ਼ ਕੀਤਾ, ਇਹ ਵੀ ਤੇਰੀਆਂ ਦਾਤਾਂ ਨੇ। ਉਸ ਮਾਲਕ ਦੀ ਕੀ ਦਾਤ ਹੈ? ਉਸਨੇ ਇੱਕ ਸੰਸਾਰ ਅੰਦਰ ਬਾਦਸ਼ਾਹ ਪੈਦਾ ਕੀਤੇ ਨੇ, ਇੱਕ ਭਿਖਾਰੀ ਪੈਦਾ ਕੀਤੇ ਨੇ, ਇੱਕ ਦਾਤੇ, ਇੱਕ ਭਿਖਾਰੀ ਜੀ। ਇਹ ਵੀ ਉਸ ਮਾਲਕ ਦੀਆਂ ਖੇਡਾਂ ਨੇ। ਇੱਕ ਬਾਦਸ਼ਾਹ ਤਖਤ ਤੇ ਬੈਠਦਾ ਹੈ, ਇੱਕ ਭਿਖਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੰਗਦਾ ਹੈ, ਉਹ ਵੀ ਮਾਲਕ ਨੇ ਪੈਦਾ ਕੀਤਾ ਹੈ। ਪਰ ਗਰੀਬ ਨਿਵਾਜ ਕਹਿੰਦੇ ਸਰੀਰ ਨੂੰ ਲੈ ਕੇ ਉਸ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾ, ਆਪ ਛੋੜ ਪਏ ਸਰਨਾਈ, ਜਿਨ੍ਹਾਂ ਨੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ ਹੰਕਾਰ ਨੂੰ ਛੱਡਿਆ ਹੈ। ਜਿਸ ਕਾ ਸਾ ਤਿਸ ਘਾਲਣਾ। ਫਿਰ ਇਹ ਜੀਵ ਉਸ ਪ੍ਰਭੂ ਦੀ ਬੇਅੰਤ ਘਾਲਣਾ ਨੂੰ ਘਾਲਦਾ ਹੈ, ਸੇਵਾ ਨੂੰ ਕਰਦਾ ਹੈ, ਸਿਮਰਨ ਨੂੰ ਕਰਦਾ ਹੈ। ਐਸਾ ਕੋ ਵਡ ਭਾਗੀ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਕੋਈ ਭਾਈ ਵੱਡਿਆਂ ਭਾਗਾਂ ਵਾਲਾ ਕੋਈ ਵਿਰਲਾ ਆਉਂਦਾ ਹੈ। ਕਿਵੇਂ? ਜੋ ਮਾਲਕ ਦੀ ਭਗਤੀ ਕਰਦਾ ਹੈ, ਮਾਲਕ ਦੀ ਸੇਵਾ ਕਰਦਾ ਹੈ। ਆਠ ਪਹਿਰ ਜਿਨ ਖਸਮ ਧਿਆਇਆ। ਜਿਸਨੇ 8 ਪੈਰ ਆਪਣੇ ਮਾਲਕ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਕੋਟਨ ਮੈਂ ਕੋ ਨਾਰਾਇਣ ਜਹ ਚੀਤ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਹ ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਹੈ ਜੋ ਬੜੇ ਪਿਆਰ ਦੇ ਨਾਲ ਮਾਲਕ ਦੇ ਨਾਮ ਨੂੰ 8 ਪੈਰ ਧਿਆਉਂਦਾ ਹੈ। ਉਹ ਤੇ ਆਖਦਾ ਹੈ 8 ਪਹਿਰ ਸਾਲਾਹੇ ਸਿਰਜਨਹਾਰ ਤੂੰ। ਇਹ ਸਿਰਜਨਹਾਰ ਸੰਸਾਰ ਦੇ ਵਾਲੀ ਪਰਮਾਤਮਾ,
ਤੂੰ ਮੇਰੇ ਤੇ ਐਸੀ ਕਿਰਪਾ ਕਰ ਦੇ, ਮੈਂ ਅੱਠੇ ਪੈਰ ਆਪ ਜੀ ਦੇ ਨਾਮ ਨੂੰ ਧਿਆਵਾਂ। ਤਿਸ ਜਨ ਕੈ ਸੰਗ ਤਰੈ ਸਭ ਕੋਈ। ਐਸੇ ਗੁਰੂ ਕੇ ਪਿਆਰੇ ਦੀ ਸੰਗਤ ਕਰਕੇ ਜੋ ਵੀ ਉਹਦੀ ਸੰਗਤ ਕਰਦਾ ਹੈ ਉਹ ਸੰਸਾਰ ਤੋਂ ਤਰ ਜਾਂਦਾ ਹੈ। ਸੋ ਪਰਵਾਰ ਸਧਾਰਣਾ। ਸੰਸਾਰ ਦੇ ਜੀਵਾਂ ਦਾ ਪਾਰ ਉਤਾਰਾ ਤੇ ਹੁੰਦਾ ਹੀ ਹੈ। ਬੰਦਗੀ ਕਰਨ ਵਾਲਾ ਆਪਣੀਆਂ ਕੁਲਾਂ ਤਾਰ ਦਿੰਦਾ ਹੈ, ਆਪਣੇ ਪਰਿਵਾਰ ਨੂੰ ਤਾਰ ਦਿੰਦਾ ਹੈ। ਇਹ ਬਖਸ਼ੀਸ ਖਸਮ ਤੇ ਪਾਵਾ। ਗੁਰੂ ਕਾ ਪਿਆਰ ਵਾਲਾ ਸਿੱਖ ਕਹਿੰਦਾ ਹੈ, ਬਖਸ਼ਿਸ਼ ਮੈਨੂੰ ਗੁਰੂ ਦੇ ਪਾਸੋਂ ਪ੍ਰਾਪਤ ਹੋਈ ਹੈ। ਮੈਂ ਗੁਰੂ ਦੇ ਚਰਨਾਂ ਵਿੱਚ ਜੋਦੜੀ ਕਰਦਾ, ਸੱਚੇ ਪਾਤਸ਼ਾਹ ਮੇਰੇ ਤੇ ਹੋਰ ਬਖਸ਼ਿਸ਼ ਕਰ ਦਿਓ। ਆਠ ਪਹਿਰ ਕਰ ਜੋੜ ਧਿਆਵਾ। ਉਹ ਬਖਸ਼ਿਸ਼ ਕੀ ਹੈ ਕਿ ਅੱਠੇ ਪੈਰ ਕਰ ਨਾਮ ਹੱਥਾਂ ਦਾ, ਹੱਥਾਂ ਨੂੰ ਜੋੜ ਕੇ ਧਿਆਵਾ, ਮੈਂ ਆਪ ਜੀ ਦੇ ਨਾਮ ਨੂੰ ਧਿਆਉਣਾ ਕਰਾਂ। ਨਾਮ ਜਪੀ ਨਾਮ ਸਹਿਜ ਸਮਾਵਾ। ਮੈਂ ਬੜੇ ਪਿਆਰ ਦੇ ਨਾਲ ਸੁਤੇ ਸਿੱਧ ਉਸ ਪਰਮਾਤਮਾ ਦੇ ਨਾਮ ਨੂੰ ਜਪਾਂ, ਨਾਮੀ ਪਰਮਾਤਮਾ ਦੇ ਨਾਮ ਨੂੰ ਜਪਾਂ ਤੇ ਸਮਾਵਾਂ। ਨਾਮ ਜਪਦਾ ਜਪਦਾ ਉਸ ਨਿਰੰਕਾਰ ਦੇ ਅੰਦਰ ਹੀ ਅਪੇਧ ਹੋ ਜਾਵਾਂ। ਨਾਮ ਨਾਨਕ ਮਿਲੈ ਉਚਾਰਣਾ। ਐਸੀ ਮੇਰੇ ਤੇ ਬਖਸ਼ਿਸ਼ ਹੋ ਜੇ। ਜਗਿਆਸੂ ਰੂਪ ਹੋ ਕੇ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ ਕਿ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਦਾਸ ਬਣ ਕੇ ਆਪ ਜੀ ਦੇ ਨਾਮ ਨੂੰ ਉਚਾਰਦਾ ਰਵਾਂ। ਇਸੇ ਤਰ੍ਹਾਂ ਸਿੱਖ ਦੀ ਅਰਦਾਸ ਹੈ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਨਾਮ ਹੈ ਹਿਰਦੇ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਹਿਰਦੇ ਨੂੰ ਸ਼ਾਂਤ ਕਰਨ ਵਾਲਾ ਹੈ। ਆਪ ਜੀ ਮੇਰੇ ਤੇ ਕਿਰਪਾ ਕਰ ਦਿਓ। ਨਾਮ ਨਾਨਕ ਮਿਲੈ। ਜੇ ਤੁਹਾਡੇ ਨਾਮ ਦੀ ਦਾਤ ਮੈਨੂੰ ਮਿਲ ਜਾਵੇ, ਉਚਾਰਨਾ ਮੈਂ ਆਪਣੀ ਰਸਨਾ ਦੇ ਨਾਲ, ਜੀਭਾ ਦੇ ਨਾਲ ਆਪ ਜੀ ਦੇ ਨਾਮ ਨੂੰ ਉਚਾਰਦਾ ਰਵਾਂ। ਗਰੀਬ ਨਵਾਜ ਕਿਰਪਾ ਕਰਨ। ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਇਹ ਬਖਸ਼ੀਸ ਖਸਮ ਤੇ ਪਾਵਾ। ਆਠ ਪਹਿਰ ਕਰ ਜੋੜ ਧਿਆਵਾ। ਨਾਮ ਜਪੀ ਨਾਮ ਸਹਿਜ ਸਮਾਵਾ। ਨਾਮ ਨਾਨਕ ਮਿਲੈ ਉਚਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।